ਸਤਨਾਮ ਵਾਹਿਗੁਰੂ ਜੀਓ। ਤੂੰ ਭਰਪੂਰ ਜਾਣਿਆ ਮੈਂ ਦੂਰ, ਜੋ ਕਿਛ ਕਰੀ ਸੋ ਤੇਰੇ ਹਦੂਰ। ਤੂੰ ਦੇਖੈ ਹੋ ਮੁਕਰ ਪਾਉ, ਤੇਰੇ ਕੰਮ ਨਾ ਤੇਰੇ ਨਾਮ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੋ ਭਾਵੈ ਸੋਈ ਤਿਸੀ। ਜੋ ਤੂੰ ਦੇ ਸੋਈ ਹੋਂ ਪਾਈ। ਸਤਨਾਮ ਵਾਹਿਗੁਰੂ ਜੀਓ। ਪਤਿਤ ਉਦਾਰਨ ਪੈ ਹਰਨ, ਹਰਿ ਅਨਾਥ ਕੇ ਨਾਥ। ਕਹੋ ਨਾਨਕ ਤੇ ਜਾਨੀਐ, ਸਦਾ ਬਸਤ ਤੁਮ ਸਾਥ। ਪਤਿਤ ਉਦਾਰਨ ਪੈ ਹਰਨ, ਹਰਿ ਅਨਾਥ ਕੇ ਨਾਥ। ਕਹੋ ਨਾਨਕ ਤੇ ਜਾਨੀਐ, ਸਦਾ ਬਸਤ ਤੁਮ ਸਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀਆਂ ਮਹਾਨ ਰਹਿਮਤਾਂ ਨੂੰ ਸਤਿਗੁਰਾਂ ਦੀ ਕਿਰਪਾ ਨਾਲ ਰਲ ਮਿਲ ਕੇ ਮਾਣਦੇ ਆ ਰਹੇ ਹਾਂ। ਉਹਨਾਂ ਦਾ ਤਰਸ ਸੀ ਜੋ ਸਤਿਗੁਰੂ ਆਪਣੀ ਬਾਣੀ ਕੋਲ ਬਿਠਾਉਂਦੇ ਹਨ, ਆਪਣੇ ਪਾਵਨ ਪਵਿੱਤਰ ਸ਼ਬਦਾਂ ਦੀ ਗਹਿਰਾਈ ਤੱਕ ਸਾਨੂੰ ਜਾਣ ਦਾ ਮੌਕਾ ਦਿੰਦੇ ਹਨ। ਉਹਨਾਂ ਦੀਆਂ ਰਹਿਮਤਾਂ ਨੂੰ ਵਿਚਾਰ ਕੇ ਅੰਦਰ ਸਾਈਂ ਨੂੰ ਮਿਲਣ ਲਈ ਉਤਸ਼ਾਹ ਉਮਾ ਬਣਾਉਂਦੇ ਨੇ। ਇਹ ਸਭ ਉਹਨਾਂ ਦੀ ਆਪਣੀ ਕਿਰਪਾ ਹੈ। ਨਵੇਂ ਗੁਰਦੇਵ ਪਿਤਾ ਜੀ ਦੇ ਸ਼ਲੋਕਾਂ ਦੀ ਵਿਚਾਰ ਜੋ ਪ੍ਰਾਰੰਭ ਹੈ। ਅੱਜ 6ਵਾਂ ਸ਼ਲੋਕ ਹੈ। ਸਤਿਗੁਰੂ ਜੀ ਮਿਹਰ ਕਰਕੇ ਅੱਜ ਉਸ ਪਰਿਪੂਰਨ ਪਰਮਾਤਮਾ ਦਾ ਬੇਅੰਤ ਗੁਣਾਂ ਵਿੱਚੋਂ 3 ਗੁਣ ਸਾਡੇ ਸਾਹਮਣੇ ਰੱਖ ਰਹੇ ਹਨ ਤੇ ਚੌਥਾ ਦੱਸ ਰਹੇ ਨੇ। ਇਹੋ ਜਿਹਾ ਨਿਰੰਕਾਰ, ਉਹਦਾ ਘਰ ਕਿੱਥੇ ਹੈ, ਟਿਕਾਣਾ ਕਿੱਥੇ ਵੇ, ਉਹਦਾ ਐਡਰੈਸ ਕੀ ਹੈ। ਸਤਿਗੁਰੂ ਜੀ ਨੇ ਮਿਹਰ ਕਰਕੇ 3 ਗੁਣ ਦੱਸੇ ਹਨ। ਪਤਿਤ ਉਦਾਹਰਨ। ਪਤਿਤ ਦਾ ਮਤਲਬ ਹੈ ਜਿਹੜਾ ਨਿਰੰਕਾਰ ਦੇ ਚਰਨਾਂ ਨੂੰ ਛੱਡ ਕੇ ਸੰਸਾਰ ਵਿੱਚ ਭਟਕ ਗਿਆ ਹੈ। ਮਨ ਦੇ ਆਖੇ ਲੱਗ ਕੇ ਹਰ ਤਰ੍ਹਾਂ ਦੇ ਜਾਇਜ਼ ਨਜਾਇਜ਼ ਕੰਮ ਕੀਤੇ ਹਨ। ਕਰਮ ਕਰ ਕਰਕੇ ਮਾੜਾ ਇਤਨਾ ਕੁ ਹੋ ਗਿਆ ਹੈ ਵੀ ਹੁਣ ਇਸ ਨੂੰ ਉਹਨਾਂ ਮਾੜੇ ਕਰਮ ਜਦੋਂ ਕਰੀਦੇ ਉਹਦੇ 'ਚੋਂ ਦੁੱਖ ਨਿਕਲਦਾ, ਪਰੇਸ਼ਾਨੀ ਨਿਕਲਦੀ, ਅਸ਼ਾਂਤੀ ਨਿਕਲਦੀ ਹੈ। ਉਹਦੇ ਤੋਂ ਬਚਣ ਦਾ ਇਹਦੇ ਕੋਲ ਕੋਈ ਤਰੀਕਾ ਨਹੀਂ। ਪਿਆਰਿਓ, ਪਹਿਲੀ ਗੱਲ ਤੇ ਦੇਖੋ, ਸੰਸਾਰ ਜਿਹੜਾ ਸਾਨੂੰ ਪਤਿਤ ਬਣਾ ਸਕਦਾ ਹੈ ਪਰ ਪਤਿਤ ਤੋਂ ਪਵਿੱਤਰ ਨਹੀਂ ਕਰ ਸਕਦਾ। ਸੰਸਾਰ ਸਾਨੂੰ ਕਿਸੇ ਖੂਹ ਵਿੱਚ ਡੇਗ ਸਕਦਾ ਹੈ ਪਰ ਡਿੱਗੇ ਹੋਏ ਨੂੰ ਖੂਹ ਤੋਂ ਬਾਹਰ ਨਹੀਂ ਕੱਢ ਸਕਦਾ।
ਸੰਸਾਰ ਸਾਨੂੰ ਕਿਸੇ ਗਹਿਰੇ ਚਿੱਕੜ ਵਿੱਚ ਲਬੇੜ ਸਕਦਾ ਏ, ਪਰ ਲਿਬੜੇ ਹੋਏ ਨੂੰ ਧੋ ਕੇ ਸਾਫ ਸੁਥਰਾ ਕਰਕੇ ਕਿਸੇ ਪਵਿੱਤਰ ਜਗ੍ਹਾ 'ਤੇ ਬਿਠਾਉਣ ਦੀ ਇਹਦੀ ਸਮਰੱਥਾ ਨਹੀਂ ਹੈ। ਸਾਡੇ ਇਸ ਆਤਮਾ ਨੂੰ, ਸਾਡੇ ਧਿਆਨ ਨੂੰ, ਸਾਡੀ ਸੁਰਤੀ ਦੇ ਟੁਕੜੇ ਟੁਕੜੇ ਕਰ ਸਕਦਾ ਹੈ, ਪਰ ਟੁਕੜੇ ਖੋਇਆਂ ਨੂੰ ਜੋੜ ਦੇਣਾ ਇਹ ਸੰਸਾਰ ਦਾ ਕੰਮ ਨਹੀਂ। ਅਤੇ ਬੰਦਾ ਕੀ ਕਰੇ ਫਿਰ ਇਹਦੇ ਵਾਸਤੇ? ਪਹਿਲੀ ਗੱਲ ਤਾਂ ਅਸੀਂ ਸੰਸਾਰ ਨਾਲ ਜੁੜ ਕੇ ਦੁੱਖ ਪਾ ਲਿਆ, ਗਲਤੀ ਖੋ ਗਈ। ਹੁਣ ਜਦੋਂ ਬੰਦਾ ਇਸ ਗਲਤੀ ਨੂੰ ਸਮਝਦਾ ਵੀ ਮੇਰੀ ਭੁੱਲ ਹੈ, ਇਹ ਜਿਹੜੇ ਮੇਰੇ ਤੋਂ ਕਰਮ ਹੋਏ ਨੇ ਉਹਨਾਂ ਕਰਕੇ ਮੈਂ ਅਸ਼ਾਂਤ ਹਾਂ, ਦੁਖੀ ਹਾਂ, ਪਰੇਸ਼ਾਨ ਹਾਂ, ਸੰਸਾਰ ਦੇ ਕੋਲੋਂ ਆਸ ਕਰਦਾ ਹੈ ਪਰ ਕਿਧਰੋਂ ਵੀ ਖੈਰ ਨਹੀਂ ਪੈਂਦੀ। ਤੁਸੀਂ ਕਿਸੇ ਨਾਲ ਆਪਣਾ ਦੁੱਖ ਸਾਂਝਾ ਕਰੋ, ਅਗਲੋਂ ਆਪਣਾ ਦੁੱਖ ਸੁਣਾਏਗਾ, ਉਹ ਤੇ ਆਪਣੇ ਦੁੱਖ ਨਾਲ ਭਰਿਆ। ਕੌਣ ਹੈ ਜਿਹੜਾ ਆਪ ਦੁਖੀ ਨਾ ਖੋਵੇ ਸੁਖੀ ਹੈ ਤੇ ਸਾਨੂੰ ਸੁੱਖ ਦੇ ਸਕੇ? ਸਭ ਕਹਿੰਦੇ ਜਿਸ ਮਨੁੱਖ ਪੈ ਕਰੂੰ ਬੇਨਤੀ ਸੋ ਆਪਣੇ ਦੁੱਖ ਭਰਿਆ। ਕਿਸੇ ਕੋਲ ਵੀ ਤੁਸੀਂ ਗੱਲ ਕਰਕੇ ਵੇਖ ਲਓ, ਉਹ ਦੁੱਖ ਦੂਰ ਨਹੀਂ ਕਰਦਾ। ਦੁੱਖ ਦੂਰ ਕਰਨ ਦੇ ਬਜਾਏ ਆਪਣੇ ਦੁੱਖਾਂ ਦੀ ਪੰਡ ਸਾਡੇ ਨਾਲ ਸਾਂਝੀ ਕਰੇਗਾ। ਜਾਂ ਇੱਕ ਬੰਦੇ ਦਾ ਸੁਭਾਅ ਇਹ ਸਲਾਹ ਬਹੁਤ ਦਿੰਦਾ ਹੈ। ਸਲਾਹ ਦੇਣ ਦਾ ਮਤਲਬ ਹੀ ਹੰਕਾਰ ਹੁੰਦਾ ਹੈ ਵੀ ਤੇਰੇ ਕੋਲ ਉਹ ਗਿਆਨ ਨਹੀਂ ਜਿਹੜਾ ਮੇਰੇ ਕੋਲ ਹੈ। ਉਹ ਚੀਜ਼ ਆਪ ਕਮਾਈ ਨਹੀਂ ਹੈ, ਪਰ ਦੂਸਰੇ ਨੂੰ ਫਟਾਫਟ ਕਹੀ ਜਾ ਰਿਹਾ ਤੂੰ ਆਹ ਕਰ ਲੈ, ਉਹ ਕਰ ਲੈ। ਫਿਰ ਬੰਦਾ ਧਰਮ ਦੇ ਵੱਲ ਮੂੰਹ ਕਰਦਾ ਹੈ। ਇਤਿਹਾਸ ਪੜ੍ਹ ਕੇ ਹੈਰਾਨ ਹੋ ਜਾਈਦਾ ਏ। ਪਿਆਰਿਓ, ਧਰਮ ਦੇ ਆਗੂਆਂ ਨੇ ਵੀ ਜਿਹੜਾ ਬੰਦਾ ਪਤਿਤ ਹੋ ਚੁੱਕਾ ਹੈ, ਮਾੜਾ ਹੋ ਚੁੱਕਾ ਹੈ, ਸੰਸਾਰ ਵਿੱਚ ਗਰਕ ਚੁੱਕਾ ਹੈ, ਜੋ ਨਿਕਲਣਾ ਚਾਹਵੇ ਤੇ ਉਹਦੇ ਲਈ ਇਹਨੇ ਦਰਵਾਜ਼ੇ ਬੰਦ ਕਰ ਦਿੱਤੇ ਹੋਏ ਨੇ। ਨਹੀਂ, ਇੰਨਾ ਵੱਡਾ ਪਾਪੀ ਬਖਸ਼ਿਆ ਨਹੀਂ ਜਾ ਸਕਦਾ। ਉਹਨੂੰ ਇੰਨਾ ਕੁਝ ਦੱਸ ਦੇਣਾ ਹਿੰਦੂ ਧਰਮ ਦੇ ਮੁਤਾਬਕ ਭਈ ਇੰਨਾ ਦਾਨ ਕਰ, ਇੰਨਾ ਪੁੰਨ ਕਰ। ਤੁਸੀਂ ਜਾਣਦੇ ਜਿਹੜੇ ਵੱਡੇ ਵੱਡੇ ਜੱਗ ਕਰਾਏ ਜਾਂਦੇ ਸਨ, ਇੱਕ ਜੱਗ ਵਿੱਚ ਘੋੜਿਆਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ, ਕਿਧਰੇ ਗੁਰੂ ਕੇ ਪਿਆਰੋ ਹੋਰ ਜਾਨਵਰਾਂ ਦੀਆਂ। ਇੰਨਾ ਦਾਨ ਕਰੋ, ਬਹੁਤ ਸਾਰਾ ਕੁਛ ਕੀਤਾ ਜਾਂਦਾ ਜਿਹੜਾ ਕਿ ਹਰ ਬੰਦੇ ਦੇ ਵੱਸ ਦਾ ਰੋਗ ਹੀ ਨਹੀਂ। ਬੰਦਾ ਕੀ ਕਰੇਗਾ ਜੇ ਗਲਤੀ ਹੋ ਗਈ, ਸੁਧਾਰਨਾ ਚਾਹੁੰਦਾ ਪਰ ਉਹਦੇ ਕੋਲ ਸੁਧਰਨ ਲਈ ਧਰਮ ਵੱਲ ਮੂੰਹ ਕੀਤਾ, ਉਹਨਾਂ ਨੇ ਪੈਸਾ ਹੀ ਇੰਨਾ ਕੁ ਗਿਣਾ ਦਿੱਤਾ ਜਾਂ ਉਹਨਾਂ ਨੂੰ ਇੰਨੇ ਕੁ ਕਰਮ ਕਾਂਡ ਦੱਸੇ ਵੀ ਬੰਦਾ ਕਰ ਹੀ ਨਹੀਂ ਸਕਦਾ, ਦਰਵਾਜ਼ਾ ਬੰਦ। ਕਈ ਵਾਰ ਹੈਰਾਨ ਹੋਈਦਾ ਹੈ ਵੀ ਕਿਹੋ ਜਿਹਾ ਲੋਕਾਂ ਨੇ ਆਪੇ ਹੀ ਧਰਮ ਬਣਾ ਲਿਆ। ਧਰਮ ਵੈਸੇ ਕੋਈ ਇਸ ਤਰ੍ਹਾਂ ਨਹੀਂ ਕਹਿੰਦਾ, ਅੱਗੋਂ ਵਿਆਖਿਆ ਕਰਨ ਵਾਲਿਆਂ ਨੇ, ਸੁਆਰਥੀ ਲੋਕਾਂ ਨੇ, ਘੱਟ ਰੱਬ ਦੇ ਘਰ ਦਾ ਅਨੁਭਵ ਰੱਖਣ ਵਾਲਿਆਂ ਨੇ ਪਿਆਰਿਓ ਆਪੇ ਬਣਾਇਆ। ਜਦੋਂ ਹਾਲਾਤ ਖਰਾਬ ਸਨ, ਖਰਾਬ ਤੋਂ ਭਾਵ ਸੀ ਮੁਗਲਾਂ ਦਾ ਰਾਜ, ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਜਦੋਂ ਮਰਜ਼ੀ ਉਹ ਚੁੱਕ ਲਿਜਾਂਦੇ, ਕੋਈ ਨਹੀਂ ਸੀ ਯਤਨ ਕਰਦਾ ਵੀ ਜੇ ਧਨ ਦੌਲਤ ਲੈ ਗਏ ਨੇ, ਬਹੁ ਬੇਟੀ ਚੁੱਕ ਕੇ ਲੈ ਗਏ, ਅਸੀਂ ਵੀ ਆਦਮੀ ਹਾਂ, ਉਹ ਵੀ ਆਦਮੀ ਨੇ ਜਿਹੜੇ ਜ਼ੁਲਮ ਕਰਨਾ ਹੈ, ਟਾਕਰਾ ਕਰੀਏ। ਨਹੀਂ, ਪੈਸਾ ਗਿਆ ਤੇ ਬੱਚੀਆਂ ਗਈਆਂ, ਪਰ ਉਹਨਾਂ ਬੱਚੀਆਂ ਨੂੰ ਛੁਡਾਉਂਦੇ ਨਹੀਂ। ਕਹਿੰਦੇ ਕਰਮਾਂ ਦੀ ਸਜ਼ਾ ਵਿਚਾਰੀਆਂ ਚੀਕਦੀਆਂ ਰਹਿ ਜਾਂਦੀਆਂ, ਰੋਂਦੀਆਂ ਕੁਰਲਾਉਂਦੀਆਂ। ਗੁਰੂ ਕਾ ਖਾਲਸਾ ਜੰਗਲ ਬੇਲਿਆਂ ਵਿੱਚ ਰਹਿੰਦਾ ਹੈ, ਪਰ ਉੱਥੋਂ ਨਿਕਲ ਕੇ ਉਹਨਾਂ ਬੱਚੀਆਂ ਨੂੰ ਛੁਡਾਉਂਦਾ ਹੈ। 2200 ਬੱਚੀਆਂ ਦੀ ਕਹਾਣੀ ਬੜੀ ਮਸ਼ਹੂਰ ਹੈ, ਅਬਦਾਲੀ ਕੋਲੋਂ ਛੁਡਾਉਣੀਆਂ। ਜਦੋਂ ਬਹੁ ਬੇਟੀ ਨੂੰ ਛੁਡਾਇਆ ਜਾਂਦਾ ਏ, ਉਹਨਾਂ ਦੇ ਘਰੋਂ ਘਰੀ ਪਹੁੰਚਾ ਦਿੱਤਾ ਤੇ ਘਰ ਦੇ ਇਸ ਕਰਕੇ ਉਹਨਾਂ ਧੀਆਂ ਭੈਣਾਂ ਨੂੰ ਰੱਖਣ ਨੂੰ ਤਿਆਰ ਨਹੀਂ। ਇਹ ਕਿਸੇ ਪਰਾਏ ਘਰ ਕੁਛ ਦਿਨ ਜਾ ਕੇ ਆ ਗਈਆਂ ਨੇ। ਇਹ ਹੁਣ ਮਾੜੀਆਂ ਇੰਨੀ ਹੋ ਚੁੱਕੀਆਂ, ਸਾਡੇ ਘਰ ਰੱਖਣ ਦੇ ਯੋਗ ਹੀ ਨਹੀਂ ਖਾਨ। ਹੱਦ ਹੋ ਗਈ। ਪਹਿਲੀ ਗੱਲ, ਬੰਦਾ ਆਪਣੀ ਗਲਤੀ ਨਹੀਂ ਮੰਨਦਾ। ਮੇਰੀ ਧੀ ਭੈਣ ਨੂੰ ਕੋਈ ਖੋ ਕਿਉਂ ਲੈ ਗਿਆ? ਜੋ ਬੇਵੱਸ ਸੀ ਵਿਚਾਰੀ, ਉਹਨੂੰ ਘਰ ਆਇਆ ਤਾਂ ਉਹਦੇ ਘਰ ਦੇ ਵੀ ਦਰਵਾਜ਼ੇ ਬੰਦ, ਉਹ ਕਿੱਧਰ ਜਾਵੇ? ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਇਹ ਸ਼ਬਦ ਦੇ ਪਤਿਤ ਉਦਾਹਰਣ, ਅਕਾਲ ਪੁਰਖ ਪਤਿਤਾਂ ਨੂੰ ਉਦਾਰਦਾ ਹੈ, ਪਾਪੀਆਂ ਨੂੰ ਗਲੇ ਲਗਾਉਂਦਾ ਹੈ, ਭੁੱਲਿਆਂ ਨੂੰ ਰਸਤੇ 'ਤੇ ਪਾਉਂਦਾ ਹੈ, ਚਿੱਕੜ 'ਚ ਡੁੱਬਿਆਂ ਨੂੰ ਬਾਹਰ ਕੱਢ ਕੇ ਰੱਖਦਾ ਹੈ। ਸਾਧ ਸੰਗਤ, ਜਿਹੜਾ ਸੰਸਾਰ ਵਿੱਚ ਗਰਕ ਹੋ ਚੁੱਕਾ ਹੈ, ਉਸ ਨੂੰ ਕਿਸੇ ਬਹੁਤ ਉੱਚੇ ਮੁਕਾਮ 'ਤੇ ਲਿਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਪਰਮੇਸ਼ਰ ਦੀ ਜੋਤ ਵਰਤੇ, ਉਹਨਾਂ ਨਾਲ ਵੀ ਪਤਿਤ ਉਦਾਹਰਣ ਸ਼ਬਦ ਵਰਤਿਆ ਜਾਂਦਾ ਹੈ। ਬਚਨ ਮਹਾਰਾਜ ਜੀ ਦਾ,
ਸਾਹਿਬ ਕਹਿੰਦੇ ਪਤਿਤ ਉਦਾਹਰਨ ਸਤਿਗੁਰ ਮੇਰਾ, ਮੋਇ ਤਿਸ ਕਾ ਪਰਵਾਸਾ। ਬਖਸ਼ ਲਏ ਸਭ ਸੱਚੇ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਨਾਵੇਂ ਸਤਿਗੁਰੂ ਕਹਿੰਦੇ ਉਹ ਨਿਰੰਕਾਰ ਦਾ ਗੁਣ ਜੇ ਉਹ ਪਤਿਤਾਂ ਨੂੰ ਉਦਾਰਦਾ ਏ। ਤੁਹਾਡੇ ਕੋਲੋਂ ਕਰੋੜਾਂ ਵੀ ਪਾਪ ਕਿਉਂ ਨਾ ਖੋ ਗਏ, ਤੁਸੀਂ ਸਿੱਧਾ ਅਕਾਲ ਪੁਰਖ ਦਾ ਨਾਮ ਜਪਣਾ ਸ਼ੁਰੂ ਕਰੋ, ਉਹ तमाम ਪਾਪਾਂ ਨੂੰ ਬਖਸ਼ ਕੇ ਆਪਣੇ ਗਲੇ ਲਗਾਏਗਾ। ਉਹ ਕਦੇ ਸ਼ਰਤਾਂ ਨਹੀਂ ਲਾਏਗਾ, ਤੂੰ ਜਾਤ ਵੇਖ, ਇੰਨੇ ਪੈਸਾ ਦੀ ਲੋੜ, ਇਸ ਜੱਗ ਦੀ ਲੋੜ ਏ। ਉਹ ਤੇ ਕਹਿੰਦੇ ਬਸ ਅੱਖ ਬੰਦ ਕਰ ਤੇ ਵਾਹਿਗੁਰੂ ਸ਼ਬਦ ਆਪਣੀ ਜ਼ੁਬਾਨ ਤੇ ਰੱਖ ਤੇ ਅੰਦਰ ਬਹਿ ਜਾ, ਉਸੇ ਵਕਤ ਉਹ ਬਾਂਹ ਪਕੜੇਗਾ। ਇੱਕ ਵਾਰ ਨਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਚਰਨਾਂ 'ਚ ਦੀਵਾਨ ਲੱਗਾ, ਪੰਡਾਲ ਦੇ ਬਾਹਰ ਇੱਕ ਆਦਮੀ ਖੜਾ, ਉਹ ਅੰਦਰ ਨਹੀਂ ਸੀ ਆ ਰਿਹਾ। ਸਾਰੀ ਸੰਗਤ ਆਈ ਜਾ ਰਹੀ ਹੈ, ਪਰ ਉਹ ਬਾਹਰ ਖੜਾ ਹੈ। ਬਾਹਰ ਖਲੋਤਾ ਬੜੇ ਪਿਆਰ ਵਿੱਚ ਨੇਤਰ ਕਦੇ ਬੰਦ ਕਰਦਾ, ਕਦੇ ਖੋਲ੍ਹ ਲਵੇ, ਕਦੇ ਰੋ ਪਵੇ ਬਹੁਤ ਉੱਚੀ ਉੱਚੀ, ਕਦੇ ਫਿਰ ਅੰਦਰ ਨੂੰ ਸਾਰਾ ਸੰਭਾਲ ਲਵੇ ਵੀ ਜਿੰਨਾ ਬੈਰਾਗ ਸੀ ਅੰਦਰ ਜਰੇ, ਕਰਿਆ ਜਰਿਆ ਨਾ ਜਾਣਾ, ਫੁੱਟ ਫੁੱਟ ਰੋਣਾ। ਸਤਿਗੁਰੂ ਜੀ ਨੇ ਸਿਣਿਆਂ ਕੱਲਿਆ ਉਹਨੂੰ ਕਹੋ ਸੱਜਣਾ ਤੂੰ ਅੰਦਰ ਆ ਜਾ। ਕਹਿਣ ਲੱਗਾ ਜੀ ਮੈਂ ਅੰਦਰ ਨਹੀਂ ਆ ਸਕਦਾ, ਕਾਰਨ ਬ੍ਰਾਹਮਣਾਂ ਨੇ ਕਿਹਾ ਹੈ ਵੀ ਤੇਰੀ ਜਾਤ ਏ ਨੀਵੀਂ ਸ਼ੂਦਰ ਏ ਤੂੰ। ਮੈਨੂੰ ਕਲਾਲ ਕਹਿੰਦੇ ਨੇ, ਸ਼ੂਦਰਾਂ ਦੀ ਇੱਕ ਜਾਤ ਹੋਏਗੀ। ਕਹਿੰਦੇ ਜੀ ਮੇਰੀ ਜਾਤ ਉੱਚੀ ਨਹੀਂ। ਅੱਜ ਤੱਕ ਇਹ ਸੁਣਿਆ ਹੈ ਮੰਦਰਾਂ ਵਿੱਚ ਉੱਚੀਆਂ ਜਗ੍ਹਾ 'ਤੇ ਕੇਵਲ ਉੱਚੀ ਜਾਤ ਵਾਲੇ ਆ ਸਕਦੇ ਨੇ। ਰੱਬ ਨੂੰ ਤੇ ਸਾਨੂੰ ਨੀਵੀਂ ਜਾਤ ਵਿੱਚ ਪੈਦਾ ਕੀਤਾ ਹੈ। ਜੀ ਮੈਂ ਕਲਾਲ ਹਾਂ, ਮੇਰੇ ਕੋਲ ਅੰਦਰ ਨਹੀਂ ਮੈਂ ਆ ਸਕਦਾ, ਇੱਥੇ ਵੱਡੀਆਂ ਜਾਤਾਂ ਵਾਲੇ ਬੈਠੇ ਹੋਣਗੇ। ਸਤਿਗੁਰੂ ਕਹਿਣ ਲੱਗੇ ਇੱਕ ਚੇਤਾ ਰੱਖਣਾ, ਸਭ ਤੋਂ ਉੱਚੀ ਜਾਤ ਉਹਦੀ ਏ ਜਿਹਦੇ ਕੋਲ ਪਰਮੇਸ਼ਰ ਦਾ ਨਾਮ ਹੈ। ਸਭ ਤੋਂ ਨੀਵੀਂ ਜਾਤ ਉਹਦੀ ਏ ਜਿਹਨੂੰ ਖਸਮ ਦਾ ਨਾਮ ਭੁੱਲ ਗਿਆ। ਖਸਮ ਵਿਸਾਰੈ ਤੇ ਕਮ ਜਾਤ, ਨਾਨਕ ਨਾਮੈ ਬਾਜ, ਸਨਾਤ ਨਾਮ ਤੋਂ ਬਿਨਾ ਜਾਤ ਨੀਵੀਂ। ਜਦੋਂ ਉਹਨੇ ਕਿਹਾ ਨਾ ਜੀ ਮੈਂ ਕਲਾਲ ਹਾਂ, ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਪਿਆਰਾਂ ਨਾਲ ਡੁੱਲ ਪਏ। ਕਿਹੋ ਜਿਹੇ ਆਦਮੀ ਨਾਲ ਧੱਕਾ ਕਰਦੇ ਆਏ ਕੁਝ ਸਵਾਰਥੀ ਲੋਕ, ਕਿਉਂ ਇਹਦੇ ਲਈ ਦਰਵਾਜ਼ੇ ਬੰਦ ਕਰ ਦਿੱਤੇ। ਮਹਾਰਾਜ ਦਾ ਘਰ ਦਰਵਾਜ਼ੇ ਖੋਲ੍ਹਣ ਲਈ ਸ਼ਾਇਦ ਇਸ ਦੁਨੀਆ 'ਤੇ 10 ਜਾਮੇ ਧਾਰਨ ਕਰਕੇ ਆਏ, ਸ਼ਾਇਦ ਵੀ ਮੇਰੇ ਮੂੰਹ ਨਿਕਲ ਕੇ ਆਏ ਨੇ। ਉਹਨਾਂ ਦਾ ਕਰਮ ਹੀ ਹੁਕਮ ਹੀ ਇਹ ਵੇ ਭਈ ਸਾਰਿਆਂ ਨੂੰ ਗਲਵੱਕੜੀ ਵਿੱਚ ਲੈਣਾ। ਕਦੇ ਕਹਿੰਦੇ ਆਵੋ ਸੰਤ ਪਿਆਰਿਓ, ਆਕਤ ਕੀ ਕਰੈ ਕਹਾਣੀ। ਕੋਈ ਜਾਤ ਕੋਈ ਛੋਟੇ ਵੱਡੇ ਦੀ ਗੱਲ ਹੀ ਨਹੀਂ। ਕਿਧਰੇ ਕਹਿੰਦੇ ਆਵੋ ਭੈਣੇ ਗਲ ਮਿਲੈ, ਆਓ ਨਹੀਂ ਭੈਣੋ ਮੇਰੀ ਉਹ ਆਪਾਂ ਸਾਰੀਆਂ ਭੈਣਾਂ ਭਰਾਵਾਂ ਰਲ ਕੇ ਉਸ ਕੰਤ ਦੀਆਂ ਸਮਰੱਥ ਦੀਆਂ ਕਹਾਣੀਆਂ ਪਾਈਏ। ਕਿਧਰੇ ਕਹਿੰਦੇ ਆਵੋ ਮੀਤ ਪਿਆਰੇ, ਮੰਗਲ ਗਾਵੋ ਨਾਰੇ। ਜਦੋਂ ਸੱਜਣ ਨੇ ਕਿਹਾ ਨਾ ਜੀ ਮੈਂ ਕਲਾਲ ਹਾਂ, ਤੇ ਸਤਿਗੁਰੂ ਪਿਆਰਾਂ ਨਾਲ ਭਰ ਕੇ ਆਪ ਉੱਠ ਕੇ ਗਏ, ਗਲਵੱਕੜੀ ਵਿੱਚ ਲਿਆ ਕਹਿਣ ਲੱਗੇ ਤੂੰ ਕਲਾਲ ਨਹੀਂ, ਤੂੰ ਤੇ ਮੇਰੇ ਸਾਈਂ ਦਾ ਲਾਲ ਏ। ਗਲ ਵਿੱਚ ਲੈ ਲਿਆ, ਅੰਦਰ ਬਿਠਾਇਆ ਉੱਚੀ ਜਗ੍ਹਾ 'ਤੇ। ਸਾਰੇ ਗੁਰਸਿੱਖਾਂ ਨੂੰ ਕਹਿ ਨੂੰ ਪਿਆਰ ਕਰੋ ਇੱਕੋ ਜਿਹਾ। ਇਹਨੂੰ ਕਹਿੰਦੇ ਪਤਿਤ ਉਦਾਹਰਨ ਰੱਬ ਦਾ ਸੁਭਾਅ। ਕੋਈ ਨੀਵਾਂ, ਕਈਆਂ ਤੋਂ ਨੀਵੇਂ ਕਰਮ ਹੋਏ, ਕਈਆਂ ਨੂੰ ਸਮਾਜ ਨੇ ਦੁਰਕਾਰ ਦਿੱਤਾ ਹੋਇਆ ਵੀ ਛੋਟੇ ਨੇ। ਸਤਿਗੁਰੂ ਜੀ ਨੇ ਕਿੱਡੀ ਕਿਰਪਾ ਕੀਤੀ ਹੈ, ਜਿਹਨੂੰ ਸਮਾਜ ਵੀ ਦੁਰਕਾਰ ਦੇਵੇ। ਗੁਰੂ ਕੇ ਪਿਆਰਿਓ, ਜਿਸ ਆਦਮੀ ਨੂੰ ਮਾੜੇ ਕਰਮਾਂ ਕਰਕੇ ਨਿਰੰਕਾਰ ਉਹਦੇ ਕਰਮ ਦੇ ਮੁਤਾਬਕ ਲਿਖ ਦੇਵੇ ਵੀ ਇਹਨੂੰ ਇਹ ਸਜ਼ਾ ਮਿਲਣੀ, ਜੇ ਉਹ ਨਿਰੰਕਾਰ ਵੱਲੋਂ ਵੀ ਦਰਵਾਜ਼ਾ ਬੰਦ ਦੇ, ਸੰਸਾਰ ਵੱਲੋਂ ਵੀ ਬੰਦ ਦੇ, ਪਰ ਉਹ ਸਤਿਗੁਰੂ ਦੇ ਘਰ ਆ ਜਾਵੇ ਤੇ ਉਹਦੇ ਲਈ ਦੋਨਾਂ ਜਗ੍ਹਾ ਦੇ ਦਰਵਾਜ਼ੇ ਸਤਿਗੁਰੂ ਖੋਲ੍ਹ ਦਿੰਦੇ ਨੇ। ਸਾਹਿਬ ਦਾ ਬਚਨ ਜੇ, ਸਾਹਿਬ ਕਹਿੰਦੇ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਕ ਖਰੇ ਆਪੇ ਪਰਖਣ ਖਾਰ। ਖਰੇ ਖਜ਼ਾਨੇ ਪਾਈਏ ਖੋਟੇ ਸੁੱਟੀਏ ਬਾਖਰ ਬਾਰ, ਖੋਟੇ ਸੱਚੀ ਦਰਗਾਹ ਸੱਟੀਏ ਕਿਸ ਆਗੈ ਕਰੈ ਪੁਕਾਰ। ਬਚਨੇ ਕਹਿੰਦੇ ਸਤਿਗੁਰ ਪਿੱਛੇ ਭਜ ਪਵੈ,
ਏਹਾ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ। ਸ਼ਬਦ ਸਵਾਰਨ ਖਾਰ। ਮੇਰੇ ਸਤਿਗੁਰੂ ਜੀ ਪਤਿਤ ਉਦਾਹਰਨ ਨੇ, ਪਤਿਤ ਪਾਵਨ ਨੇ ਮੇਰੇ ਦਾਤਾ ਜੀ। ਉਹ ਸਤਿਗੁਰੂ ਖੋਟੇ ਤੋਂ ਖਰਾ ਬਣਾ ਦਿੰਦੇ। ਜਦੋਂ ਖਰਾ ਬਣ ਗਿਆ, ਸਮਾਜ ਨੂੰ ਵੀ ਪ੍ਰਵਾਨ ਕਰਨਾ ਪੈਣਾ ਅਤੇ ਨਿਰੰਕਾਰ ਨੂੰ ਵੀ ਪ੍ਰਵਾਨ ਕਰਨਾ ਪੈਣਾ। ਤੋ ਮੈਂ ਬੇਨਤੀ ਕਰ ਰਿਹਾ ਵਾਂ, ਨਾਵੇਂ ਸਤਿਗੁਰੂ ਨੇ ਪਰਮੇਸ਼ਰ ਦਾ ਜਿਹੜਾ ਗੁਣ ਦੱਸਿਆ, ਕਹਿੰਦੇ ਤੁਸੀਂ ਕਦੇ ਨਾ ਜ਼ਿੰਦਗੀ 'ਚ ਕਹੋ ਜੀ ਮੇਰੇ ਕੋਲ ਪਾਪ ਆ, ਸਮਾਜ ਦੀ ਨਿਗਾਹ ਵਿੱਚ ਮੈਂ ਨੀਵਾਂ। ਆਪਣੇ ਅਜਮੀਰ ਦੇ ਸਾਹਮਣੇ ਤੁਸੀਂ ਨੀਵੇਂ ਹੋ ਗਏ ਹੋ, ਸਮਾਜ ਦੀ ਨਿਗਾਹ 'ਚ, ਪਰਿਵਾਰ ਦੀ ਨਿਗਾਹ 'ਚ, ਪਰ ਨਿਰੰਕਾਰ ਦੀ ਨਿਗਾਹ ਅਜੇ ਵੀ ਤੁਹਾਡੇ 'ਤੇ ਸਵੱਲੀ ਹੋ ਸਕਦੀ ਹੈ ਜੇ ਤੁਸੀਂ ਉਹਦੇ ਚਰਨਾਂ ਵਿੱਚ ਆ ਕੇ ਝੁਕ ਜਾਓ, ਉਹਦਾ ਪੱਲਾ ਪਕੜੋ। ਫਿਰ ਦੂਸਰਾ ਬਚਨ ਨੇ ਭੈ ਹਰਨ, ਉਹਦਾ ਸੁਭਾਅ ਹੈ। ਭੈ ਨੂੰ 3 ਗੁਣ ਰੱਬ ਦੇ ਜੋ ਨਾਵੇਂ ਸਤਿਗੁਰਾਂ ਨੇ ਕਹੇ ਇਸ ਪੰਕਤੀ ਅੰਦਰ। ਪਤਿਤ ਉਦਾਹਰਨ, ਪਾਪੀਆਂ ਨੂੰ ਗਲੇ ਲਗਾਉਣਾ। ਉਹਦੇ ਲਈ ਕੋਈ ਵੀ ਆਦਮੀ ਮਾੜਾ ਜਾਂ ਚੰਗਾ ਨਹੀਂ, ਸਾਰੇ ਉਹਦੇ ਬੱਚੇ ਨੇ। ਕਰਮ ਮਾੜੇ ਸਾਨੂੰ ਛੱਡ ਦਿਓ, ਅੱਜ ਤੋਂ ਹੀ ਇਸ ਰਾਹ 'ਤੇ ਤੁਰ ਪਈਏ ਅਤੇ ਇੱਕਦਮ ਉਹਨੇ ਕਿਰਪਾ ਕਰਨੀ। ਭੈ ਹਰਨ, ਹਰਨ ਦਾ ਅਰਥ ਹੁੰਦਾ ਹੈ ਹਰਨਾ, ਖਤਮ ਕਰਨਾ। ਪਹਿਲਾਂ ਸਾਡੇ ਤੋਂ ਕਰਮ ਖੁੰਦੇ ਨੇ, ਫਿਰ ਅਸੀਂ ਡਰਦੇ ਹਾਂ। ਹਰ ਬੰਦੇ ਦੇ ਜ਼ਿੰਦਗੀ ਵਿੱਚ ਸਹਿਮ ਹੈ, ਡਰਿਆ ਹੈ, ਗਰੀਬ ਵੀ ਅਮੀਰ ਵੀ। ਹਰ ਬੰਦੇ ਨੂੰ ਪਤਾ ਨਹੀਂ, ਉਹਨੂੰ ਖੁਦ ਨਹੀਂ ਪਤਾ ਮੈਂ ਕਿਉਂ ਇੰਨਾ ਡਰ ਕੇ ਰਹਿ ਰਿਹਾ ਹਾਂ। ਰੱਬ ਤੋਂ ਟੁੱਟ ਕੇ ਪਿਆਰਿਓ, ਜਿਹੜੇ ਸੰਸਾਰ ਨਾਲ ਜੁੜੇ ਆ, ਡਰਾਉਣਾ ਹੈ ਇਹ ਹਰ ਪਾਸੇ। ਇਹਨੇ ਪਤਾ ਨਹੀਂ, ਭਰੋਸਾ ਕੋਈ ਨਹੀਂ, ਪ੍ਰਤੀਤ ਕੋਈ ਨਹੀਂ। ਜਾਪਦੇ ਆਪਣੇ ਨੇ ਪਰ ਪਤਾ ਨਹੀਂ ਇਹਨਾਂ ਨੇ ਕਦੋਂ ਛੁਰਾ ਮਾਰਨਾ। ਪਦਾਰਥਾਂ ਨੂੰ ਆਪਣੇ ਸਮਝਿਆ, ਪਤਾ ਨਹੀਂ ਕਦੋਂ ਸਾਥ ਛੱਡ ਕੇ ਪਰਾਂ ਖੋ ਜਾਣ। ਵੇਂਦਿਆਂ ਵੇਂਦਿਆਂ ਹੀ ਨਦਰ ਉਪੱਠੀ, ਜੇ ਕਰੇ ਸੁਲਤਾਨਾ ਘਾਉ ਕਰਾਇਂਦਾ, ਦਰ ਮੰਗਣ ਭਿੱਖ ਨਾ ਪਾਇਂਦਾ। ਅੱਜ ਬਾਦਸ਼ਾਹ ਨੇ, ਕੱਲ੍ਹ ਕੋਈ ਭੀਖ ਵੀ ਨਹੀਂ ਉਹਨਾਂ ਨੂੰ ਮੰਗਿਆ ਪਾਉਂਦਾ। ਅੰਦਰ ਡਰ ਏ। ਸਾਹਿਬ ਕਹਿੰਦੇ ਨਿਰੰਕਾਰ ਦੇ ਚਰਨਾਂ ਨਾਲ ਜੁੜੋ, ਕੱਖਾਂ ਦੀ ਕੁੱਲੀ ਵੀ ਕੋਲ ਨਾ ਖੋਈ, ਤੁਹਾਡੇ ਅੰਦਰ ਕੋਈ ਡਰ ਨਹੀਂ ਖੋਏਗਾ। ਤੁਹਾਡੇ ਕੋਲ ਬੱਚੇ ਖੋਣ ਜਾਂ ਨਾ ਖੋਣ, ਪੈਸਾ ਖੋਵੇ ਜਾਂ ਨਾ ਖੋਵੇ, ਸਮਾਜ ਵਿੱਚ ਇੱਜ਼ਤ ਖੋਵੇ ਨਾ ਖੋਵੇ, ਤੁਸੀਂ ਨਿਰਭਉ ਹੋ ਕੇ ਰਹੋਗੇ। ਪਰ ਉਹ ਗੱਲਾਂ ਨਾਲ ਨਹੀਂ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜੇ ਨਿਰਭਉ ਅੰਦਰ ਆਏਗਾ, ਜਿਉਂ ਜਿਉਂ ਨਾਮ ਅੰਦਰ ਆਇਆ, ਤਿਉ ਤਿਉ ਭੈ ਤੇ ਡਰ ਬਾਹਰ ਤੁਰਦੇ ਗਏ। ਇੱਕ ਚੀਜ਼ ਰਹੇਗੀ, ਜਾਂ ਪਰਮੇਸ਼ਰ ਜੀ ਰਹਿਣਗੇ ਜਾਂ ਭੈ ਰਹੇਗਾ। ਪਰ ਪਿਆਰੀ ਚੀਜ਼ਾਂ ਗਿਆਨ ਨਾਲ ਸਮਝ ਕੇ ਨਹੀਂ ਆਉਂਦੀਆਂ ਜ਼ਿੰਦਗੀ 'ਚ। ਜਦੋਂ ਆਪਾਂ ਕਮਾਈ ਸ਼ੁਰੂ ਕਰਦੇ ਹਾਂ, ਉਹਦੇ ਨਾਲ ਅੰਦਰ ਇਹ ਗੁਣ ਪ੍ਰਵੇਸ਼ ਕਰਦੇ ਨੇ। ਕਹਿੰਦੇ ਉਹਦਾ ਗੁਣ ਜੇ ਡਰਦੇ ਆ ਨਾ ਆਪਾਂ, ਡਰ ਕਿਸੇ ਪ੍ਰਕਾਰ ਦਾ ਵੀ ਹੋਵੇ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਡਰੋ ਨਾ, ਭੈ ਕਾਹੂ ਕੋ ਦੇਤ ਨਹਿ ਪੈਮਾਨਤ ਆਨ। ਨਾ ਕਿਸੇ ਨੂੰ ਡਰ ਦਿਓ ਅਤੇ ਨਾ ਡਰ ਮੰਨੋ। ਪਰ ਉਹ ਕਿਵੇਂ ਹੋਏਗਾ? ਜੇ ਸਾਡੇ ਅੰਦਰ ਬਾਹਰ ਲਗਾਤਾਰ ਇਹ ਚੱਲਦਾ ਰਹੇਗਾ, ਵਾਹਿਗੁਰੂ 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 ਵਾਹਿਗੁਰੂ। ਅੰਦਰ ਵਾਹਿਗੁਰੂ ਸ਼ਬਦ ਹੋਵੇ, ਪਿਆਰਾ ਪ੍ਰੀਤਮ ਕੋਲ ਹੋਵੇ, ਉਹਦੀ ਮਿੱਠੀ ਪਿਆਰੀ ਯਾਦ ਹੋਵੇ। ਉਹ ਜਿਉਂ-ਜਿਉਂ ਉਹਨੂੰ ਪਿਆਰ ਕਰਾਂਗੇ ਅੰਦਰ ਆਏਗਾ ਅਤੇ ਉਹ ਤੋਂ ਡਰ ਆਪਣੇ ਆਪ ਹੀ ਮੁੱਕ ਜਾਏਗਾ। ਫਿਰ ਮਰਨ ਦਾ ਵੀ ਡਰ ਕੋਈ ਨਹੀਂ, ਜਨਮ ਦਾ ਡਰ ਕੋਈ ਨਹੀਂ। ਜਨਮ ਉਹਨੇ ਖੋਣ ਹੀ ਨਹੀਂ ਦੇਣਾ। ਜਿਹੜਾ ਉਹਦੀ ਗੋਦ ਵਿੱਚ ਆ ਗਿਆ, ਉਹਨੂੰ ਜਨਮ ਕਾਹਦਾ, ਉਹਨੂੰ ਮਰਨ ਦਾ ਡਰ ਕਾਹਦਾ। ਉਹਨੂੰ ਪਤਾ ਏ ਉਸ ਪਿਆਰੇ ਦੀ ਖੇਡ ਅਤੇ ਮੈਂ ਉਹਦੇ ਚਰਨਾਂ ਵਿੱਚ ਹਾਂ ਜਿਹੜਾ ਖੇਡ ਨੂੰ ਰਚਾਉਣ ਵਾਲਾ ਹੈ। ਅਤੇ ਤੀਸਰਾ ਬਚਨ ਦੱਸਿਆ ਨੇ, ਹਰ ਅਨਾਥ ਕੇ ਨਾਥ। ਅਨਾਥ ਕਹਿੰਦੇ ਨੇ ਜਿਹਦਾ ਕੋਈ ਖਸਮ, ਕੋਈ ਮਾਲਕ ਨਾ ਹੋਵੇ, ਨਿਤਾਵਾਂ, ਬੇਸਹਾਰਾ, ਲਾਚਾਰ। ਕਹਿੰਦੇ ਜਿਹੜਾ ਹਰੀ ਹੈ ਨਾ ਵਾਹਿਗੁਰੂ, ਹਰ ਦਾ ਮਤਲਬ ਹੀ ਇਹ ਵੇ ਹਰ ਲੈਣਾ, ਖਤਮ ਕਰ ਦੇਣਾ ਜਿਹੜੀ ਕਮਜ਼ੋਰੀ ਹੈ। ਪਿਆਰਿਓ ਸਾਹਿਬ ਕਹਿੰਦੇ ਮੇਰਾ ਵਾਹਿਗੁਰੂ ਨਾ ਜਿਹਦਾ ਕੋਈ ਨਾ ਬਣੇ,
ਬੰਦਾ ਬਿਲਕੁਲ ਇਕੱਲਾ ਏ, ਉਹਨੂੰ ਲੱਗਦਾ ਇਸ ਦੁਨੀਆ 'ਚ ਕੋਈ ਮੇਰਾ ਨਹੀਂ। ਕਹਿੰਦੇ ਜਿਹਦਾ ਕੋਈ ਨਾ ਬਣੇ ਉਹਦਾ ਨਾਥ ਪਰਮੇਸ਼ਰ ਆਪ ਬਣਦਾ ਜੇ। ਸਾਰੇ ਦਰਵਾਜ਼ੇ ਖੋਲ੍ਹ ਦਿੱਤੇ, ਜੇ ਪਾਪ ਹੋ ਗਏ ਬਹੁਤ ਵੱਡੇ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪਤਤ ਉਦਾਹਰਨ ਤੁਹਾਡੇ ਕੋਲ ਖਲੋਤਾ ਹੈ, ਉਹਦੇ ਵੱਲ ਮੂੰਹ ਕਰੋ। ਜੇ ਡਰੀ ਡਰੀ ਜ਼ਿੰਦਗੀ ਏ, ਇਹ ਵੀ ਕੋਈ ਜ਼ਿੰਦਗੀ ਏ, ਡਰ ਤੋਂ ਰਹਿਤ ਹੋਣਾ ਏ ਤੇ ਸਾਈਂ ਤੇਰੇ ਕੋਲ ਖੜਾ ਤੇਰਾ ਇਲਾਜ ਲਏ। ਤੀਸਰਾ ਬਚਨ, ਜੇ ਤੇਰਾ ਕੋਈ ਨਹੀਂ ਅਨਾਥ ਸਮਝਦਾ ਹੈ ਤੇ ਉਹ ਨਾਥ ਬਣ ਕੇ ਖਲੋਤਾ ਏ, ਜੇ ਉਹ ਰਹਿੰਦਾ ਕਿੱਥੇ ਵੇ, ਇਹ ਵੀ ਇੱਕ ਬਹੁਤ ਵੱਡਾ ਰਾਜ ਜੇ। ਬਹੁਤੀ ਵਾਰੀ ਜਦੋਂ ਰੱਬ ਦੀ ਗੱਲ ਆਉਂਦੀ ਹੈ ਨਾ, ਅੱਜ ਤੱਕ ਵੀ ਆਪਾਂ ਜਦੋਂ ਹੁਣ ਵੀ ਕਰ ਰਹੀਏ ਤੇ ਸਾਡਾ ਧਿਆਨ ਉੱਪਰ ਜਾਏਗਾ। ਭਈ ਵਾਹਿਗੁਰੂ ਜੀ ਹੋਣਗੇ ਪਰ ਕਿਧਰੇ ਦੂਰ ਬੈਠੇ ਹੋਣਗੇ ਅਸਮਾਨਾਂ 'ਤੇ, ਜਾਂ ਕਿਸੇ ਨੇ ਮੰਨਿਆ ਆਪਣੇ ਤੋਂ ਦੂਰ, ਜਿੱਥੇ ਵੀ ਕਿਧਰੇ ਸਮਝੀਏ ਭਾਵੇਂ ਵੱਖਰਾ ਵੱਖਰਾ। ਦੋ ਧਰਮ ਸੀ ਨਾ ਮੁੱਖ ਤੌਰ 'ਤੇ, ਹਿੰਦੂ ਧਰਮ ਤੇ ਇਸਲਾਮ। ਦੋਨਾਂ ਨੂੰ ਪੁੱਛਿਆ ਜੀ ਰੱਬ ਦਾ ਟਿਕਾਣਾ ਕਿੱਥੇ? ਕਹਿੰਦਾ ਦੱਖਣ ਦੇਸ਼ ਹਰੀ ਕਾ ਬਾਸਾ। ਦੂਸਰਾ ਕਹਿੰਦਾ ਪੱਛਮ ਅੱਲਾ ਮੁਕਾਮਾ। ਉਹ ਕਹਿੰਦਾ ਅੱਲਾ ਦਾ ਮੁਕਾਮ ਮੱਕੇ ਕਾਬੇ ਵਿੱਚ। ਦੂਸਰਿਆਂ ਨੇ ਖਾਸ ਮੰਦਰ ਵਿੱਚ ਦੱਸਿਆ। ਸਾਹਿਬ ਕਹਿੰਦੇ ਨਹੀਂ, ਉਹਦਾ ਟਿਕਾਣਾ ਦੂਰ ਨਹੀਂ, ਨਿਰੰਕਾਰ ਨੂੰ ਦੂਰ ਨਾ ਸਮਝੋ। ਉਹ ਕਿੱਥੇ ਰਹਿੰਦਾ ਹੈ? ਨਾਵੇਂ ਸਤਿਗੁਰੂ ਜੀ ਨੇ ਕਮਾਲ ਕੀਤੀ ਹੈ। ਸਾਹਿਬ ਕਹਿੰਦੇ ਕਹੋ ਨਾਨਕ ਤੇ ਜਾਣੀਏ। ਉਹਨੂੰ ਜਾਣਨਾ ਚਾਹੁੰਦੇ ਹੋ ਨਾ, ਉਹਦਾ ਘਰ ਪੁੱਛਦੇ ਹੋ ਨਾ, ਤੇ ਉਹ ਪੱਛਮ ਵਿੱਚ ਕੇਵਲ ਤੇ ਨਾ ਉਹ ਦੱਖਣ ਵਿੱਚ, ਨਾ ਤੁਹਾਡੇ ਆਪਣੇ ਦੇਸ਼ ਵਿੱਚ ਕੇਵਲ, ਨਾ ਤੁਹਾਡੇ ਸ਼ਹਿਰ ਵਿੱਚ, ਨਾ ਤੁਹਾਡੇ ਆਪਣੇ ਘਰ ਦੇ ਨੇੜੇ ਗਵਾਂਢ ਵਿੱਚ, ਨਾ ਤੁਹਾਡੇ ਪਰਿਵਾਰ ਕੋਲ ਨਾਲ, ਨਾ ਹੀ ਉਹ ਨਾਲ ਤੇ ਕਮਰੇ 'ਚ। ਨਹੀਂ ਉਹ ਕਿੱਥੇ ਵੇ? ਕਹਿਣ ਲੱਗੇ ਸਦਾ ਬਸਤ ਤੁਮ ਸਾਥ। ਜਿੱਥੇ ਤੂੰ ਹੈ ਨਾ, ਉਹ ਜਿੱਥੇ ਤੇਰੀ ਆਤਮਾ ਬੈਠੀ ਅੰਦਰ, ਜਿਹੜਾ ਬੋਲ ਰਿਹਾ ਹੈ, ਸੁਣ ਰਿਹਾ ਹੈ, ਸੋਚ ਰਿਹਾ ਹੈ, ਇਹ ਹਰਕਤ ਕਰ ਰਿਹਾ, ਕੁਝ ਖਿਲ ਰਿਹਾ, ਕਹਿੰਦੇ ਉਹ ਤੇਰੇ ਨਾਲ ਬੈਠ ਕੇ ਉਹ ਹੀ ਕਰ ਰਿਹਾ ਹੈ। ਇੰਨਾ ਨੇੜੇ ਹੈ, ਸਾਡੇ ਸਾਰਿਆਂ ਦੇ ਨਾਲ ਉਹ ਵਸਦਾ ਹੈ। ਨਾਵੇਂ ਸਤਿਗੁਰੂ ਜੀ ਕਹਿੰਦੇ ਖਾਂ ਸਦਾ ਬਸਤ ਤੁਮ ਸਾਥ। ਤੁਮ ਸ਼ਬਦ ਵਰਤ ਕੇ ਕੋਈ ਮਹਾਰਾਜ ਨੇ ਸ਼ੰਕਾ ਨਹੀਂ ਰਹਿਣ ਦਿੱਤਾ ਵੀ ਖਾਸ ਲੋਕਾਂ ਨਾਲ। ਕਹਿੰਦੇ ਕੱਲੇ ਕੱਲੇ ਜੀਵ ਉਹ ਤੇਰੇ ਨਾਲ ਵਸਦਾ ਹੈ, ਜਿਹੜਾ ਤੇਰੇ ਹਰ ਪ੍ਰਕਾਰ ਦੇ ਪਾਪਾਂ ਦੀ ਮੈਲ ਨੂੰ ਧੋ ਸਕਦਾ ਹੈ, ਜਿਹੜਾ ਹਰ ਪ੍ਰਕਾਰ ਦਾ ਡਰ ਦੂਰ ਕਰ ਸਕਦਾ ਹੈ, ਜਿਹੜਾ ਅਨਾਥਾਂ ਦਾ ਨਾਥ ਖਸਮ ਬਣ ਕੇ ਸਦਾ ਤੇਰੇ ਸਿਰ 'ਤੇ ਰੱਖੇਗਾ। ਕਹਿੰਦੇ ਉਹ ਤੇਰੇ ਨਾਲ ਵਸਦਾ ਹੈ। ਇੱਕ ਬਹੁਤ ਵੱਡਾ ਸਵਾਲ ਹੈ ਵੀ ਜੇ ਉਹ ਨਾਲ ਵਸਦਾ ਹੈ ਤੇ ਦਿਸਦਾ ਕਿਉਂ ਨਹੀਂ? ਪਹਿਲੀ ਗੱਲ, ਉਹ ਦਿਸਦਾ ਤਾਂ ਨਹੀਂ, ਅਸੀਂ ਉਹਨੂੰ ਵੇਖਣਾ ਨਹੀਂ ਚਾਹੁੰਦੇ। ਫਿਰ ਪੁੱਛਾਂਗੇ ਜੀ ਉਹ ਨਾਲ ਵਸਦਾ ਤੇ ਉਹ ਦਿਸਦਾ ਕਿਉਂ ਨਹੀਂ? ਉਹਦਾ ਜਵਾਬ ਹੈ ਸਾਡੇ ਕੋਲ ਵੇਖਣ ਵਾਲੀਆਂ ਅੱਖਾਂ ਕੋਈ ਨਹੀਂ। ਫਿਰ ਆਖਾਂਗੇ ਜੀ ਉਹ ਨਾਲ ਵਸਦਾ ਪਰਮੇਸ਼ਰ ਤੇ ਸਾਨੂੰ ਦਿਸਦਾ ਕਿਉਂ ਨਹੀਂ ਹੈ? ਅਸੀਂ ਉਹਨੂੰ ਕਿਉਂ ਨਹੀਂ ਵੇਖ ਸਕਦੇ? ਸਤ ਸੰਗਤ, ਉਹ ਜਿਸੇ ਨਾਲ ਵੇਖੀਦਾ ਏ, ਨਾ ਅੱਖਾਂ ਕੋਲ ਨੇ, ਨਾ ਵੇਖਣਾ ਚਾਹੁੰਦੇ ਹਾਂ। ਤੀਸਰਾ ਇਸ ਗੱਲ ਦਾ ਜਵਾਬ, ਅਸੀਂ ਕੋਈ ਕਲਪਨਾ ਕੀਤੀ ਹੋਈ ਹੈ ਮਨ ਅੰਦਰ ਰੱਬ ਦੀ, ਅਸੀਂ ਉਹਨੂੰ ਉਸ ਰੂਪ ਵਿੱਚ ਵੇਖਣਾ ਚਾਹੁੰਦੇ ਹਾਂ, ਇਹ ਕਦੇ ਵੀ ਨਹੀਂ ਹੋਣਾ। ਇੱਕ ਮਹਾਤਮਾ ਸੀ, ਬਹੁਤ ਹੀ ਪੁੱਜੇ ਹੋਏ, ਉਹਦੇ ਕੋਲ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਕਾਫੀ ਜਗਿਆਸੂ ਸਾਧਨਾ ਕਰਦੇ ਸਨ। ਜਗਿਆਸੂ ਸਾਰੇ, ਉਹਨਾਂ ਦਾ ਇੱਕੋ ਮਨੋਰਥ ਸੀ ਕਿ ਜ਼ਿੰਦਗੀ ਦੇ ਅੰਦਰ ਜੋ ਗੁਰੂ ਕਵੇ ਉਹਨੂੰ ਕਮਾਉਣਾ ਹੈ। ਅਤੇ ਉਹ ਮਹਾਤਮਾ ਦੀ ਅਗਵਾਈ ਵਿੱਚ ਉਹ ਸਾਰੇ ਅਭਿਆਸ ਕਰਦੇ ਸਨ ਦਿਨੇ ਰਾਤ, ਕਿਉਂਕਿ ਹਰ ਆਦਮੀ ਨਾ ਰੱਬ ਦੀ ਗੱਲ ਸੁਣਨਾ ਚਾਹੁੰਦਾ ਹੈ ਪਰ ਰੱਬ ਨੂੰ ਨਹੀਂ ਵੇਖਣਾ ਚਾਹੁੰਦਾ। ਇਹ ਬਿਲਕੁਲ ਸੱਚੀ ਗੱਲ ਹੈ। ਜਿਹਨੇ ਵੇਖਣਾ ਚਾਹਿਆ ਵੀ ਉਹ ਨਾਲ ਵੱਸਦਾ ਹੈ, ਉਹਨੂੰ ਦਿਖਾਏਗਾ ਜ਼ਰੂਰ। ਇਹ ਕਦੇ ਹੋ ਹੀ ਨਹੀਂ ਸਕਦਾ ਵੀ ਕੋਈ ਬੰਦਾ ਆਖੇ ਮੈਂ ਦੇਖਣਾ ਤੂੰ ਦਿਖਾਵੇ ਨਾ। ਅੰਦਰ ਨੂੰ ਪੁੱਛੀਏ ਕਿ ਸੱਚਮੁੱਚ ਦੇਖਣਾ ਚਾਹੁੰਦੇ ਹਾਂ? ਨਹੀਂ ਸਾਧ ਸੰਗਤ, ਆਪਣਾ ਮਨ ਸਾਨੂੰ ਕੇਵਲ ਗੱਲਾਂ ਬਾਤਾਂ ਨਾਲ ਹੀ ਇਹ ਸਾਰਦਾ, ਸੱਚਮੁੱਚ ਨਹੀਂ ਦੇਖਣਾ ਚਾਹੁੰਦਾ। ਉਹ ਸੀ ਸੱਚਾ ਜਗਿਆਸੂ। ਪਿਆਰੇ ਸੰਸਾਰ, ਕਿਉਂਕਿ ਉਹ ਤੁਰਦੇ ਸੀ। ਜਦੋਂ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਕੋਲ ਅਸੀਂ ਤੁਰਦੇ ਹੋਈਏ, ਇਸ ਰਾਹ ਤਿਆਰ ਬਚਨ ਮੰਨੀਏ, ਫਿਰ ਸਾਨੂੰ ਪੁੱਛਣ ਦਾ ਹੱਕ ਹੈ। ਅਸੀਂ ਸਤਿਗੁਰੂ ਨੂੰ ਪੁੱਛਾਂਗੇ, ਸਾਹਿਬ ਨਾਰਾਜ਼ ਨਹੀਂ, ਖੁਸ਼ ਹੋਣਗੇ। ਵੀ ਪੁੱਛਦਾ ਤਾਂ ਹੀ ਪਿਆ ਹੀ ਨਹੀਂ ਤੁਰਨਾ ਹੈ।
ਕਈ ਵਾਰ ਤੇ ਮਹਾਂਪੁਰਖ ਕਹਿੰਦੇ ਨੇ ਜਦੋਂ ਵੀ ਆਓ ਤੇ ਸਤਿਗੁਰੂ ਜੀ ਕੋਲ ਪੁੱਛਣ ਲਈ ਆਓ। ਉਹਦਾ ਮਤਲਬ ਸੀ ਭਈ ਤੁਸੀਂ ਜੋ ਕੱਲ੍ਹ ਸੁਣਿਆ ਸੀ ਉਹ ਕਮਾ ਲਿਆ, ਹੁਣ ਅੱਗੋਂ ਫਿਰ ਰਾਹ ਪੁੱਛੋ। ਫਿਰ ਅੱਜ ਜੋ ਦੱਸਿਆ ਹੈ ਕਮਾਇਆ, ਫਿਰ ਆਉਣ ਵਾਲੇ ਸਮੇਂ 'ਚ ਪੁੱਛੋ ਮਹਾਰਾਜ ਮੇਰਾ ਅੰਦਰ ਇਸ ਤਰ੍ਹਾਂ ਸੁਰਤੀ ਬਦਲ ਰਹੀ ਹੈ ਜਾਂ ਨਹੀਂ ਬਦਲੀ, ਮੈਂ ਕੀ ਹੁਕਮ ਹੈ ਮੈਨੂੰ ਅਗਲਾ। ਤੇ ਉਹ ਜ਼ਰੂਰ ਸਤਿਗੁਰੂ ਜੀ ਜਵਾਬ ਵੀ ਦਿੰਦੇ ਤੇ ਤੋਰ ਦੇਣੇ ਅੱਗੇ, ਕਿ ਜਵਾਬ ਤੇ ਕੋਈ ਵਿਦਵਾਨ ਵੀ ਦੇ ਲੇਗਾ। ਸਹਿਬ ਫਿੱਕਾ ਗਿਆਨ ਬਾਹਰ ਅਗਿਆਨ ਨਾਲ ਜਵਾਬ ਨਹੀਂ, ਅੰਦਰੋਂ ਸੱਚਮੁੱਚ ਉਸ ਦਾ ਦਰਸ਼ਨ ਕਰਾਉਂਦੇ ਨੇ। ਸਵਾਲ ਸੀ ਜੋ ਨਾਲ ਵੱਸਦਾ ਹੈ ਤੇ ਦਿਸਦਾ ਕਿਉਂ ਨਹੀਂ। ਇਹ ਬਿਲਕੁਲ ਸਵਾਲ ਉਸ ਨੌਜਵਾਨ ਕੀਤਾ ਮਹਾਤਮਾ ਨੂੰ, ਜੀ ਮੈਨੂੰ ਦੱਸੋ ਇੰਨਾ ਚਿਰ ਹੋ ਗਿਆ ਅਭਿਆਸ ਕਰਦਿਆਂ ਨੂੰ, ਸਾਨੂੰ 5-7 ਸਾਲ ਲੱਗ ਗਏ ਹਨ, ਜਾਂ ਤੇ ਉਹ ਰੱਬ ਹੈ ਹੀ ਨਹੀਂ, ਤੇ ਜੇ ਹੈ ਤੇ ਮੈਨੂੰ ਦਿਖਾਉਂਦੇ ਕਿਉਂ ਨਹੀਂ। ਹੋਰ ਜੋ ਕਹੀ ਜਾਂਦੇ ਹੋ ਇਸ ਤਰ੍ਹਾਂ ਅਭਿਆਸ ਕਰੋ, ਇੰਨੀ ਸੇਵਾ ਕਰੋ, ਕਦੇ ਕਿੱਥੇ ਤੋਰ ਦਿੰਦੇ ਹੋ, ਕਦੇ ਕਿੱਥੇ ਤੋਰ ਦਿੰਦੇ ਹੋ। ਜੇ ਹੈ ਤਾਂ ਮੈਨੂੰ ਦਿਖਾਓ ਉਹ, ਜੇ ਨਹੀਂ ਤੇ ਮੈਨੂੰ ਲੱਗਦਾ ਤੁਹਾਡੇ ਕੋਲ ਵੀ ਉਹ ਨਹੀਂ ਹੈ। ਤੁਸੀਂ ਐਵੇਂ ਕਹਿ ਰਹੇ ਹੋ ਵੀ ਮੈਂ ਉਹ ਦੇਖਦਾ ਵਾਂ, ਮੈਂ ਉਹਦੇ ਨਾਲ ਰਹਿੰਦਾ ਵਾਂ, ਉਹ ਮੇਰੇ ਨਾਲ ਗੱਲਾਂ ਕਰਦਾ ਏ, ਮੈਂ ਉਹਦਾ ਆਨੰਦ ਮਾਣਦਾ ਵਾਂ। ਠੀਕ ਹੈ, ਤੁਹਾਡੇ ਚਿਹਰੇ ਤੋਂ ਸਾਰੀਆਂ ਇਹ ਨਿਸ਼ਾਨੀਆਂ ਪ੍ਰਗਟ ਹੁੰਦੀਆਂ, ਪਰ ਸਾਨੂੰ ਕੀ ਪਤਾ। ਜੋ ਸਾਨੂੰ ਨਹੀਂ ਦਿਖਾਇਆ ਤੇ ਸਾਡੇ ਲਈ ਕੀ ਪਤਾ ਉਹ ਹੈ ਕਿ ਨਹੀਂ ਹੈ। ਇਸ ਕਰਕੇ ਸਾਨੂੰ ਦਿਖਾਓ। ਮਹਾਂਪੁਰਸ਼ਨ ਪੂਰੇ ਉਹ ਕਹਿਣ ਲੱਗੇ ਠੀਕ ਹੈ, ਆਪਾਂ ਕੱਲ੍ਹ ਤੈਨੂੰ ਦਿਖਾਈ ਦਿੰਦੇ ਹਾਂ, ਜਿਹੜਾ ਨਾਲ ਵੱਸਦਾ ਪਰਮੇਸ਼ਰ ਕੱਲ੍ਹ ਤੈਨੂੰ ਦਿਖਾਵਾਂਗੇ। ਅੰਮ੍ਰਿਤ ਵੇਲੇ ਤੂੰ ਇਸ਼ਨਾਨ ਕਰਕੇ ਤਿਆਰ ਹੋ ਕੇ ਆ ਜਾਵੀਂ। ਬੜਾ ਚਾਅ ਚੜ੍ਹਿਆ, ਆ ਗਿਆ। ਮਹਾਂਪੁਰਸ਼ ਕਹਿਣ ਲੱਗੇ ਅਸੀਂ ਤੈਨੂੰ ਉਹ ਦਿਖਾਣਾ ਹੈ ਪਰਮਾਤਮਾ ਦਾ ਸਰੂਪ। ਤੂੰ ਤਿਆਰ ਹੋ ਕੇ ਆਇਆ? ਜੀ ਬਿਲਕੁਲ ਤਿਆਰ ਹੋ ਕੇ ਆਇਆ। ਕਹਿਣ ਲੱਗੇ ਤੂੰ ਤਿਆਰੀ ਕਰਕੇ ਨਹੀਂ ਆਇਆ। ਜੀ ਮੈਂ ਤਿਆਰ ਬੈਠਾ ਵਾਂ, ਮੈਨੂੰ ਤੇ ਰਾਤ ਨੀਂਦ ਨਹੀਂ ਆਈ, ਮੈਂ ਰੱਬ ਦੇਖਣਾ, ਤੇ ਤੁਸੀਂ ਕਹਿ ਰਹੇ ਹੋ ਮੈਂ ਤਿਆਰ ਨਹੀਂ, ਮੈਂ ਬਿਲਕੁਲ ਚਾਅ ਨਾਲ ਤਿਆਰ ਹੋ ਕੇ ਆਇਆ। ਕਹਿੰਦੇ ਦੱਸ ਤੇਰੇ ਅੰਦਰ ਕੋਈ ਪਰਮਾਤਮਾ ਦੀ ਤੂੰ ਕਲਪਨਾ ਕੀਤੀ ਹੈ ਵੀ ਰੱਬ ਇਹੋ ਜਿਹਾ ਹੋਏਗਾ? ਜੇਕਰ ਤੂੰ ਕਲਪਨਾ ਨਹੀਂ ਕੀਤੀ, ਮੈਂ ਤੇਰੇ ਸਾਹਮਣੇ ਖੜਾ ਕਰਾਂਗਾ ਪਰਮੇਸ਼ਰ ਨੂੰ, ਤੂੰ ਭਰੋਸਾ ਕਿਵੇਂ ਕਰੇਂਗਾ ਵੀ ਇਹੀ ਰੱਬ ਹੈ? ਤੂੰ ਕਹੇਂਗਾ ਤੇ ਆਦਮੀ ਖੜਾ ਹੈ, ਤੂੰ ਉਹਨੂੰ ਪ੍ਰਵਾਨ ਨਹੀਂ ਕਰਨਾ। ਜੇ ਮੈਂ ਉਸ ਨੂੰ ਕਿਸੇ ਪੰਛੀ ਵਿੱਚੋਂ ਕਹਾਂਗਾ ਤੂੰ ਇਹਨੂੰ ਦੇਖ ਰੱਬ ਹੈ, ਤੂੰ ਕਹੇਗਾ ਤੇ ਪੰਛੀ ਹੈ। ਜੇ ਮੈਂ ਕਹਾਂਗਾ ਬਨਾਸਪਤੀ ਵਿੱਚ ਤੇ ਤੂੰ ਕਹੇਂਗਾ ਤੇ ਦਰਖਤ ਨੇ, ਇਹਨਾਂ ਵਿੱਚ ਨਹੀਂ ਹੈ। ਜੇ ਮੈਂ ਤੈਨੂੰ ਕੋਈ ਝਲਕਾਰ ਅਜੇ ਦਿਆਂਗਾ ਪ੍ਰਕਾਸ਼, ਤੂੰ ਕਹੇਂਗਾ ਤੇ ਪ੍ਰਕਾਸ਼ ਹੈ, ਭਈ ਇਹ ਨਹੀਂ। ਤੂੰ ਪਹਿਲਾਂ ਇਹ ਡਿਸਾਈਡ ਕਰ ਭਈ ਤੂੰ ਰੱਬ ਕਿਹੋ ਜਿਹਾ ਦੇਖਣਾ ਚਾਹੁੰਦਾ ਹੈ, ਕਿਉਂਕਿ ਜਿਹੜਾ ਮੈਂ ਦਿਖਾਣਾ ਹੈ ਉਹ ਤੂੰ ਪ੍ਰਵਾਨ ਨਹੀਂ ਕਰਨਾ, ਕਿਉਂਕਿ ਤੇਰੇ ਅੰਦਰ ਨੇ ਕਲਪਨਾ ਪਤਾ ਨਹੀਂ ਕੀ ਕੀਤੀ ਹੋਈ ਹੈ। ਬਿਲਕੁਲ ਗੱਲ ਸੱਚੀ। ਜੇ ਗਿਆ ਪੂਰਾ ਦਿਨ ਸੋਚਦਾ ਰਿਹਾ, ਅਗਲੇ ਦਿਨ ਆਇਆ, ਕਹਿਣ ਲੱਗਾ ਇਹ ਤੇ ਬਹੁਤ ਮੁਸ਼ਕਲ ਵਿੱਚ ਤੁਸੀਂ ਮੈਨੂੰ ਪਾ ਦਿੱਤਾ ਹੈ। ਕਹਿਣ ਲੱਗੇ ਭਈ ਜਦੋਂ ਜਿਹੜਾ ਅਸੀਂ ਦੱਸਣਾ ਹੈ ਨਾ ਤੈਨੂੰ, ਉਹ ਤੈਨੂੰ ਪ੍ਰਵਾਨ ਹੀ ਨਹੀਂ ਕਰ ਸਕਣਾ, ਇਸ ਲਈ ਤਿਆਰੀ ਕਰ। ਉਹਨੇ ਬੜੀ ਕੋਸ਼ਿਸ਼ ਕੀਤੀ, ਇਸ ਤਰ੍ਹਾਂ ਕਵਾਂ, ਇਸ ਤਰ੍ਹਾਂ ਕਵਾਂ। ਕਹਿੰਦਾ ਤੇ ਮੇਰੇ ਆਪਣੇ ਖਿਆਲ ਨੇ, ਤੇ ਮੇਰੇ ਆਪਣੇ ਖਿਆਲਾਂ ਨੂੰ ਜੇ ਪਤਾ ਰੱਬ ਇਹੋ ਜਿਹਾ, ਫਿਰ ਤੇ ਮੈਂ ਕਦੋਂ ਦਾ ਦੇਖ ਲੈਣਾ ਸੀ। ਇਹਦਾ ਮਤਲਬ ਮੇਰੇ ਖਿਆਲ ਐਵੇਂ ਨੇ, ਮੈਂ ਹਵਾ 'ਚ ਗੱਲਾਂ ਕਰ ਰਿਹਾ ਸਾਂ, ਆ ਕੇ ਚਰਨੀ ਡਿੱਗ ਪਿਆ। ਜੀ ਮੈਨੂੰ ਸਮਝ ਨਹੀਂ ਹੈ, ਮੈਂ ਕਿਵੇਂ ਆਖਾਂ ਕਿਹੜਾ ਸਰੂਪ ਦੇਖਣਾ ਚਾਹੁੰਦਾ ਵਾਂ, ਤੁਸੀਂ ਕਿਰਪਾ ਕਰੋ। ਉਹ ਕਹਿਣ ਲੱਗੇ ਬੇਟਾ ਉਹ ਨਾਲ ਵੱਸਦਾ, ਉਹਦੇ ਲਈ ਅੱਖ ਪੈਦਾ ਕਰੋ। ਉਹ ਹੋਣੀਏ ਇਹ ਸੇਵਾ ਸਿਮਰਨ ਕਰ ਕਰਕੇ, ਬੰਦਗੀ ਕਰਕੇ, ਉਹ ਸੁਰਤੀ ਦੀ ਅੱਖ ਨਾਲ ਤੁਹਾਨੂੰ ਅੰਦਰੋਂ ਦਿਸੇਗਾ। ਤੁਸੀਂ ਬਾਹਰੋਂ ਨੂੰ ਵੇਖਣਾ ਚਾਹੁੰਦੇ ਹੋ ਇਹਨਾਂ ਅੱਖਾਂ ਨਾਲ, ਉਹ ਇਹਨਾਂ ਅੱਖਾਂ ਦਾ ਵਿਸ਼ਾ ਨਹੀਂ, ਇਸ ਕੰਨਾਂ ਦਾ ਵਿਸ਼ਾ ਨਹੀਂ, ਇਹ ਦਿਮਾਗ ਦਾ ਵਿਸ਼ਾ ਨਹੀਂ। ਤੁਸੀਂ ਜਿਹੜਾ ਦਿਮਾਗ 'ਚ ਮਨ ਬੈਠਾ ਇਹ ਕਲਪਨਾ ਕਰਦਾ ਹਰ ਚੀਜ਼ ਦੀ, ਆਕਾਰ ਬਣਾਉਂਦਾ, ਰੱਬ ਦਾ ਤੇ ਕੋਈ ਆਕਾਰ ਸ਼ਕਲ ਹੈ ਹੀ ਨਹੀਂ। ਬਿਲਕੁਲ ਕਹਿਣ ਲੱਗੇ ਅੱਖ ਪੈਦਾ ਕਰ। ਪਿਆਰਿਓ ਕਿ ਸਾਡੇ ਨਾਲ ਵੀ ਐਸਾ ਨਹੀਂ ਹੁੰਦਾ। ਸਤਿਗੁਰੂ ਜੀ ਘੜੀ ਮੁੜੀ ਕਹਿੰਦੇ ਤੇਰੇ ਨਾਲ ਵੱਸਦਾ, ਅਸੀਂ ਚਾਹੁੰਦੇ ਹਾਂ ਉਹਨੂੰ ਜੇ ਹੈ ਤੇ ਸਾਨੂੰ ਦਿਖਾਓ। ਸਤਿਗੁਰੂ ਜੀ ਕਹਿੰਦੇ ਦੇਖਣਾ ਚਾਹੁੰਦੇ ਹੋ ਤੁਸੀਂ ਆਪਣੀ ਕਲਪਨਾ ਜੋ ਕੀਤੀ ਹੈ, ਆਖਾਂਗੇ ਵੀ ਕਲਗੀਆਂ ਵਾਲੇ ਘੋੜੇ ਤੇ ਦਿਸ ਜਾਣ, ਉਹ ਰੱਬ ਇੱਕ ਵਾਰੀ ਦਿਸ ਜਾਣਗੇ ਕਿ ਉਸ ਤੋਂ ਬਾਅਦ ਕਹਾਣੀ ਮੁੱਕ ਗਈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ
ਕੋਈ ਵੀ ਪਾਵਨ ਪਵਿੱਤਰ ਸਰੂਪ ਬਣਾ ਕੇ ਆਉਣ। ਜੇ ਕੋਈ ਦਿਖਾਉਣ ਵਾਲਾ ਖੜਾ ਕਰਦੇ ਸੀ, ਕਦੇ ਨਹੀਂ ਮੰਨਾਂਗੇ ਵੀ ਇਹ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ। ਆਖਾਂਗੇ ਇਹ ਕੋਈ ਨਾਸਤਕ ਬੰਦਾ ਆ ਗਿਆ, ਇਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਨੂੰ ਖੜਾ ਕਰ ਰਿਹਾ, ਜਾਂ ਤੇ ਚਾਹਨੇ ਸਿੱਧਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਸਰੀਰ ਨਿਕਲੇ, ਉਹਨੂੰ ਕਹਾਂਗੇ ਵੀ ਇਹ ਵੇ। ਇਹ ਗੱਲਾਂ ਇਸ ਰਾਹ ਦੀਆਂ ਅਣਜਾਣ ਪੁਣੇ ਦੀਆਂ ਨੇ। ਪਿਆਰਿਓ, ਤੁਸੀਂ ਸੋਚੋ ਜਰਾ, ਜਦੋਂ ਧੰਨ ਗੁਰੂ ਅੰਗਦ ਸਾਹਿਬ 'ਚ ਜੋਤ ਵਰਤੀ ਏ, ਉਹਨਾਂ ਦੇ ਬੱਚੇ ਨੇ ਬੀਬੀ ਅਮਰੋ ਵੀ, ਤੇ ਇੱਕ ਪੁੱਤਰ ਏ ਬਾਬਾ ਦਾਤੂ, ਦੋ ਪੁੱਤਰ ਦੋ ਪੁੱਤਰੀਆਂ। ਗੱਲ ਸਮਝਣ ਲਈ ਕਰਦੇ ਹਾਂ। ਹੁਣ ਬੀਬੀ ਅਮਰੋ ਨੇ ਪਹਿਲਾਂ ਗੁਰੂ ਅੰਗਦ ਸਾਹਿਬ ਵਿੱਚੋਂ ਰੱਬ ਵੇਖਿਆ, ਉਹ ਸਹੁਰੇ ਕਰ ਗਈ ਏ, ਗੁਰਬਾਣੀ ਪੜ੍ਹਦੀ ਏ, ਬਾਬਾ ਅਮਰਦਾਸ ਜੀ ਸੁਣਦੇ ਨੇ, ਸੁਣ ਕੇ ਉਹਨਾਂ ਨੂੰ ਗੁਰੂ ਅੰਗਦ ਸਾਹਿਬ ਦੇ ਘਰ ਲੈ ਕੇ ਆਈ, ਜੋੜ ਦਿੱਤਾ ਹੈ, ਤੇ ਉਹ ਵੀ ਰੱਬ ਬਣ ਗਏ। ਪਰ ਉਸੇ ਘਰ ਉਹਦਾ ਵੀਰ ਦਾਤੂ ਰਹਿ ਰਿਹਾ ਹੈ। ਦਾਤੂ ਨੂੰ ਨਾ ਬਾਪ ਵਿੱਚੋਂ ਰੱਬ ਨਜ਼ਰ ਆਇਆ, ਕੇਵਲ ਬਾਪ ਨਜ਼ਰ ਆਉਂਦਾ। ਜੇ ਰੱਬ ਨਜ਼ਰ ਆਉਂਦਾ ਤੇ ਕਦੇ ਉਹਦੇ ਅੰਦਰ ਈਰਖਾ ਦਵੈਸ਼ ਆਉਂਦੀ ਨਾ। ਹੁਣ ਉਹਨਾਂ ਨੇ ਖੁਦ ਗੁਰੂ ਅਮਰਦਾਸ ਪਿਤਾ ਵਿੱਚ ਜੋਤ ਟਿਕਾ ਦਿੱਤੀ ਹੈ, ਉਹਦੇ 'ਤੇ ਕੋਈ ਸ਼ੱਕ ਨਹੀਂ। ਗੱਲ ਕਰ ਰਹੇ ਸੀ ਬਾਹਰੋਂ ਕੁਝ ਦੇਖਣਾ ਚਾਹੁੰਦੇ ਹਾਂ ਰੱਬ ਦਾ, ਗੁਰੂ ਸਾਹਿਬ ਨੂੰ। ਇਹ ਬੜਾ ਧੋਖੇ ਵਾਲਾ ਕੰਮ ਜੇ, ਬੜਾ ਘਾਟੇ ਵਾਲਾ ਕੰਮ ਜੇ। ਹੁਣ ਗੁਰੂ ਅਮਰਦਾਸ ਪਿਤਾ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹ ਆਪ ਰੱਬ ਨੇ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਬੀਬੀ ਅਮਰੋ ਨੂੰ ਦਿਸ ਰਹੀ, ਸੰਗਤ ਨੂੰ ਜੋਤ ਦਿਸ ਰਹੀ, ਪਰ ਗੁਰੂ ਅੰਗਦ ਸਾਹਿਬ ਦੇ ਪੁੱਤਰ ਦਾਤੂ ਨੂੰ ਜੋਤ ਨਹੀਂ ਦਿਸ ਰਹੀ। ਉਹ ਤੇ ਕਹਿੰਦੇ ਬਾਹਰੋਂ ਆ ਗਿਆ ਬਜ਼ੁਰਗ, ਇਹ ਕੱਲ ਆਇਆ ਤੇ ਅੱਜ ਗੁਰੂ ਬਣ ਬੈਠਾ ਹੈ। ਉਸ ਸਰੀਰ ਨੂੰ ਵੇਖ ਰਹੇ ਨੇ, ਉਹ ਸਾਹਮਣੇ ਵੀ ਪ੍ਰਵਾਨ ਨਹੀਂ ਕਰਦੇ। ਅਸੀਂ ਵੀ ਨਹੀਂ ਕਦੇ ਪ੍ਰਵਾਨ ਕਰਾਂਗੇ। ਬਾਹਰੋਂ ਕਦੇ ਵੀ ਕੋਈ ਅੱਜ ਤੱਕ ਕਿਸੇ ਨੇ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਕਿਧਰੇ ਕੋਈ ਸਾਡਾ ਭਰਮ ਦੂਰ ਕਰਨ ਲਈ ਖੜਾ ਵੀ ਕਰੇਗਾ, ਮਹਾਰਾਜ ਜੀ ਦਾ ਸਰੂਪ ਅਸੀਂ ਕਦੇ ਮੰਨਾਂਗੇ ਨਹੀਂ। ਇਹ ਕਿਵੇਂ ਹੋ ਸਕਦਾ? ਮਹਾਰਾਜ ਇੱਦਾਂ ਦੇ ਹੁੰਦੇ ਆ, ਕਿਉਂਕਿ ਅਸੀਂ ਵੇਖਿਆ ਨਹੀਂ, ਭਾਲਿਆ ਨਹੀਂ। ਸਤਿਗੁਰੂ ਜੀ ਕਹਿੰਦੇ ਤੁਹਾਡੇ ਨਾਲ ਰਹਿੰਦੇ, ਉਹਨੂੰ ਬਾਹਰੋਂ ਨਾ ਵੇਖੋ, ਅੰਦਰੋਂ ਵੇਖਣਾ ਹੈ ਉਸ ਨੂੰ, ਅੰਦਰੋਂ ਉਹਦੇ ਦਰਸ਼ਨ ਹੋਣੇ ਨੇ। ਤੇ ਉਹ ਹੋਣੇ ਕਿਉਂਕਿ ਸਦਾ ਬਸਤ ਤੁਮ ਸਾਥ, ਉਹ ਨਾਲ ਰਹਿੰਦਾ। ਤੇ ਉਹਨੂੰ ਕਿਵੇਂ ਵੇਖਾਂਗੇ? ਕਹਿੰਦੇ ਤੈਨੂੰ ਨਾ ਗੁਰੂ ਦਿਖਾਵੇਗਾ। ਫਿਰ ਗੱਲ ਆ ਗਈ ਗੁਰੂ ਕੋਲ, ਤੇ ਅਸੀਂ ਆ ਕੇ ਬੈਠੇ ਹਾਂ। ਸਤਿਗੁਰੂ ਕਹਿੰਦੇ ਜਿਹੜਾ ਅਸੀਂ ਬਾਰ-ਬਾਰ ਤੈਨੂੰ ਕਹਿੰਦੇ ਆ ਨਾ ਵੀ ਅਜੇ ਹੋਰ ਸੇਵਾ ਕਰ, ਸਿਮਰਨ ਕਰ, ਹੋਰ ਪਾਠ ਕਰ, ਕਦੇ ਤੇਰਾ ਨਿਰਾਦਰ ਕਰਵਾਉਂਦੇ ਆ ਤੇਰੀ ਖੋਮੇ ਮਰੇ, ਕਦੇ ਤੈਨੂੰ ਪੈਸਾ ਦੇ ਦਿੰਦੇ ਆ ਤੇਰਾ ਹੌਸਲਾ ਬਣਿਆ ਰਵੇ, ਕਦੇ ਤੇਰੀ ਇੱਜ਼ਤ ਕਰਾਉਂਦੇ ਆ, ਕਦੇ ਬੇਇੱਜ਼ਤੀ, ਦੋਨਾਂ ਖਾਲਤਾਂ ਵਿੱਚ ਤੇਰੀ ਖੋਮੇ ਨੂੰ ਮਾਰ ਕੇ ਉਹ ਅੱਖ ਬਣਾਉਣੀ ਏ, ਉਹ ਅੱਖ ਬਣਦੀ ਏ। ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਲਗਾਤਾਰ ਅਭਿਆਸ ਕੀਤਿਆਂ ਸਾਹਿਬ ਦੇ ਬੱਚੇ ਨੇ। ਕਹਿੰਦੇ ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਖੱਤਾਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਕਹਿੰਦੇ ਉਹਨੂੰ ਵੇਖਾਂਗੇ ਅੱਖਾਂ ਤੋਂ ਬਗੈਰ, ਬਾਹਰਲੀ ਅੱਖ ਨੇ ਉਹ ਹੋਰ ਆਖੇ, ਉਹਦੇ ਬੋਲ ਸੁਣਾਂਗੇ, ਪਰ ਇਹਨਾਂ ਕੰਨਾਂ ਨਾਲ ਨਹੀਂ, ਅੰਦਰੋਂ ਉਹ ਹੋਰ ਕੰਨਾਂ ਨਾਲ ਸੁਣਦੇ ਨੇ। ਕਹਿੰਦੇ ਉਹਦੇ ਘਰ ਜਦੋਂ ਜਾਈਦਾ ਪੈਰ ਖੋਰ ਨੇ, ਉਹਨੂੰ ਪਿਆਰ ਕਰੀਦਾ ਖੱਚ ਉਹਦੇ ਖੋਰ ਨੇ। ਉਹ ਨਾਮ ਜਪ ਕੇ ਸੁਰਤੀ ਦੇ ਖੱਚ ਬਣਦੇ, ਸੁਰਤੀ ਪੈਰ ਬਣਾਉਂਦੀ ਹੈ, ਤੇ ਜੀਭ ਤੋਂ ਬਗੈਰ ਬੋਲੀਦਾ। ਖਾਮੋਸ਼ ਬੈਠ ਕੇ ਉਹਦੇ ਨਾਲ ਬਾਤਾਂ ਚੱਲਦੀਆਂ ਨੇ। ਕਹਿੰਦੇ ਇਹ ਜਿਉਂਦਿਆਂ ਜੀ ਦੁਨੀਆ ਦੀ ਸੋਚ ਵੱਲੋਂ ਮਰੋ, ਉਹਦੇ ਹੁਕਮ ਨੂੰ ਪਛਾਣੋ, ਰੱਬ ਨੂੰ ਨਾ ਪਛਾਣੋ। ਅਸੀਂ ਪਛਾਣਾਂਗੇ ਕਿਵੇਂ? ਅਸੀਂ ਕਿਹੜਾ ਕਦੇ ਦੇਖਿਆ ਪਹਿਲਾਂ? ਅਸੀਂ ਕਿਵੇਂ ਪਛਾਣਾਂਗੇ? ਨਹੀਂ, ਪਛਾਣ ਨਹੀਂ ਸਾਨੂੰ ਖੋਣੀ, ਉਹ ਕਰਵਾਏਗਾ। ਸਾਹਿਬ ਕਹਿੰਦੇ ਦੇ ਹੁਕਮ ਵਿੱਚ ਲਗਾਤਾਰ ਤੁਰੇ ਰਹੀਏ, ਹੁਕਮ ਵਿੱਚ ਤੁਰਾਂਗੇ। ਹੁਕਮ ਜੋ ਵੀ ਹੋਵੇ, ਅਸੀਂ ਕੀ ਕਰਦੇ ਹਾਂ? ਹੁਕਮ ਜਦੋਂ ਖੁੰਦਾ ਹੈ, ਥੋੜ੍ਹਾ ਜਿਹਾ ਮੰਨ ਕੇ ਥੱਕ ਜਾਂਦੇ ਹਾਂ। ਕਈ ਵਾਰ ਅੱਕ ਜਾਈਦਾ ਵੀ ਬਸ ਮੈਂ ਨਹੀਂ ਹੋਰ ਕੁਛ ਕਰਨਾ। ਇਹ ਰਸਤਾ ਨਾ ਥੱਕਣ ਵਾਲਾ ਨਾ ਅੱਕਣ ਵਾਲਾ, ਇਹ ਤੇ ਪਿਆਰ ਨਾਲ ਉਹਦੇ ਹੁਕਮ ਦੇ ਅੰਦਰ ਲਗਾਤਾਰ ਤੁਰੀਏ। ਜਿਵੇਂ ਨਦੀ ਤੁਰਦੀ ਏ, ਉਹ ਕਦੇ ਸਲਾਹ ਨਹੀਂ ਕਰਦੀ, ਬਸ ਤੁਰ ਪਈ ਤੇ ਤੁਰ ਪਈ।
ਉਹਨੇ ਉਦੋਂ ਜਾ ਕੇ ਸਾਹ ਲੈਣਾ ਜਦੋਂ ਸਮੁੰਦਰ ਨੂੰ ਮਿਲ ਗਿਆ। ਸਾਨੂੰ ਹੁਕਮ ਹੈ ਸਤਿਗੁਰੂ ਦੇ ਹੁਕਮ ਵਿੱਚ ਲਗਾਤਾਰ ਤੁਰੀਏ। ਤੁਰਾਂਗੇ ਸਾਹਿਬ ਕਹਿੰਦੇ ਧੋਖਾ ਸਮੇਂ ਮਿਲਣਾ ਜ਼ਰੂਰ ਮਿਲੇਗਾ। ਜਦੋਂ ਅਸੀਂ ਹੁਕਮ ਅਦੂਲੀ ਕਰਦੇ ਹਾਂ, ਰੁਕ ਜਾਂਦੇ ਹਾਂ, ਉਦੋਂ ਹੀ ਸਾਡਾ ਨੁਕਸਾਨ ਹੁੰਦਾ। ਤੂੰ ਨਾ ਵੀ ਸਤਿਗੁਰੂ ਜੀ ਅੱਜ ਹੁਕਮ ਕਰਦੇ ਭਾਈ, ਉਹ ਨਾਲ ਰਹਿੰਦਾ ਅੰਦਰ, ਉਹਦਾ ਭਜਨ ਸਿਮਰਨ ਕਰੀਏ। ਉਹ ਦੇਖੋ ਪਾਪੀਆਂ ਨੂੰ ਗਲੇ ਲਗਾਉਂਦਾ ਜੇ। ਡਰ ਜ਼ਿੰਦਗੀ 'ਚ ਕੋਈ ਨਹੀਂ ਰਹਿਣਾ। ਅਨਾਥਾਂ ਦਾ ਨਾਥ ਏ। ਇਹੋ ਜਿਹੇ ਪਿਆਰੇ ਨੂੰ ਪਿਆਰ ਕਰੀਏ। ਕਿੰਨਾ ਕੁ ਕਰੀਏ, ਦਿਨ ਰਾਤ ਕਰੀਏ, ਸਤਿਗੁਰੂ ਦੇ ਹੁਕਮ ਵਿੱਚ ਤੁਰੀਏ ਅਤੇ ਤੁਰਦੇ ਤੁਰਦੇ ਲਗਾਤਾਰ ਇਹ ਜਪਦੇ ਰਹੀਏ। ਪਿਆਰਿਓ, ਮੈਂ ਬੇਨਤੀ ਕਰਾਂ, ਕਥਾ ਹੋਵੇ, ਕੀਰਤਨ ਹੋਵੇ, ਸਾਡਾ ਧਿਆਨ ਫਟਾਫਟ ਵਾਹਿਗੁਰੂ ਸ਼ਬਦ 'ਤੇ ਆਉਣਾ ਚਾਹੀਦਾ, ਕਿਉਂਕਿ ਸਾਰੀਆਂ ਗੱਲਾਂ ਬਾਤਾਂ ਉੱਥੇ ਆ ਕੇ ਉਹਨਾਂ ਦਾ ਐਂਡ ਹੁੰਦਾ, ਅੰਤ ਹੁੰਦਾ ਹੈ, ਕਿਉਂਕਿ ਉਹ ਉਸੇ ਜਗ੍ਹਾ 'ਤੇ ਲਿਆਉਣਾ ਹੁੰਦਾ। ਇਸ ਕਰਕੇ ਕਈ ਵਾਰ ਵਿਚਾਰ ਕਰਦੇ ਹਾਂ, ਆਪ ਮੁਖਾਰੇ ਵਾਹਿਗੁਰੂ ਸ਼ਬਦ ਆਪਾਂ ਗਾਉਣ ਲੱਗ ਪਏ ਨੇ ਇਸੇ ਲਈ ਕਿਉਂਕਿ ਵਾਹਿਗੁਰੂ ਜੀ ਪਿਆਰੇ ਨੇ। ਇੱਕਦਮ ਸਾਡੀ ਸੁਰਤੀ ਖਿੱਚੀ ਜਾਵੇ, ਕਥਾ ਭੁੱਲ ਜਾਵੇ, ਗੱਲਾਂ ਭੁੱਲ ਜਾਣ, ਰਹਿ ਜਾਵੇ ਚੇਤਾ ਕੇਵਲ ਉਹਦਾ ਨਾਮ, ਅਤੇ ਸਾਡੇ ਅੰਦਰੋਂ ਨਿਕਲੇ ਜੇ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ